ਹੈਲੋ एवरीवन ਵੈਲਕਮ ਟੂ ਆਲ। मैं ਤੁਹਾਡਾ ਸਾਰਿਆਂ ਦਾ ਇਸ ਵੀਡੀਓ ਦੇ ਵਿੱਚ ਆਪਣੇ ਚੈਨਲ ਦੇ ਉੱਪਰ ਸਵਾਗਤ ਕਰਦਾ ਹਾਂ। ਇਸ ਵੀਡੀਓ ਨਾਲ ਸੰਬੰਧਿਤ ਮੈਂ ਤੁਹਾਨੂੰ WhatsApp ਗਰੁੱਪ ਦੇ ਵਿੱਚ ਇੱਕ ਮੈਸੇਜ ਪਾਇਆ ਸੀ ਕਿ ਅੱਜ ਸ਼ਾਮੀ 8 ਵਜੇ ਤੋਂ ਬਾਅਦ ਆਪਾਂ ਇੱਕ ਵਿਚਾਰ ਚਰਚਾ ਕਰਾਂਗੇ ਕਿ ਜੋ ਵੀ ਆਪਾਂ ਆਪਣੇ ਕੋਰਸ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਉਹ ਕਿਵੇਂ ਕਰਨੀ ਆ ਜਾਂ ਉਹਦੇ ਵਿੱਚ ਆਪਾਂ ਕਿਹੜੇ ਟੌਪਿਕ ਸਾਂਝੇ ਕਰ ਰਹੇ ਨੇ, ਫਿਰ ਟੌਪਿਕ ਦੇ ਅੰਦਰ ਜਿਹੜੇ ਸਬ ਟੌਪਿਕ ਹੋਣਗੇ, ਮਤਲਬ ਕਿੰਨਾ ਕੁ ਆਪਾਂ ਨੇ ਮਟੀਰੀਅਲ ਟੱਚ ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਬਾਰੇ ਆਪਣੇ ਡਿਸਕਸ਼ਨ ਕਰਨੀ ਹੈ। ਇਸ ਨਾਲ ਸੰਬੰਧਿਤ ਮੈਂ ਤੁਹਾਨੂੰ ਇੱਕ ਮੈਸੇਜ ਪਾਇਆ ਸੀਗਾ। ਸਭ ਤੋਂ ਪਹਿਲਾਂ ਤਾਂ ਆਪਾਂ ਉਸੇ ਦੀ ਗੱਲ ਕਰਦੇ ਹਾਂ ਮੈਸੇਜ ਨਾਲ ਰਿਲੇਟਡ। ਅੱਜ ਤੋਂ ਤੁਹਾਨੂੰ ਮੈंने ਆਈ ਥਿੰਕ 3-4 ਦਿਨ ਪਹਿਲਾਂ ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਪਾਈ ਸੀਗੀ, ਇੱਕ ਮੈਸੇਜ ਪਾਇਆ ਸੀਗਾ ਕਿ ਇਸ ਮੈਸੇਜ ਨੂੰ ਜਾਂ ਇਸ YouTube ਦੇ ਲਿੰਕ ਨੂੰ ਜਾਂ WhatsApp ਗਰੁੱਪ ਦੇ ਲਿੰਕ ਨੂੰ ਤੁਸੀਂ ਜਿੰਨਾ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ ਓਨਾ ਕਰੋ। ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਮੇਰੀ ਉਸ ਬੇਨਤੀ ਨੂੰ ਇੰਨਾ ਕੁ ਦਿਲੋਂ ਪ੍ਰਵਾਨ ਕੀਤਾ ਹੈ, ਇੰਨਾ ਕੁ ਦਿਲੋਂ ਮੰਨਿਆ ਹੈ ਕਿ WhatsApp ਦਾ ਜੋ ਗਰੁੱਪ ਆ ਹੁਣ ਉਹ ਜਵਾਬ ਦੇ ਚੁੱਕਿਆ ਕਿ ਵੀ ਇਹਦੇ ਵਿੱਚ ਹੋਰ ਬੰਦੇ ਐਡ ਨਹੀਂ ਹੋ ਸਕਦੇ। ਸੋ ਅਸੀਂ ਇੱਕ ਹੋਰ ਗਰੁੱਪ ਕ੍ਰੀਏਟ ਕਰ ਰਹੇ ਹਾਂ ਬੈਚ ਨੰਬਰ 2 ਦੇ ਨਾਮ ਤੇ। ਪਹਿਲਾਂ ਆਪਣਾ ਕੋਟਲਾ ਕਲਾਸਿਸ, ਉਹਨੂੰ ਆਪਾਂ ਰੀਨੇਮ ਕਰ ਦਿੰਦੇ ਹਾਂ ਕੋਟਲਾ ਕਲਾਸਿਸ ਬੈਚ 1। ਤੇ ਹੁਣ ਜਿਹੜਾ ਆਪਾਂ ਦੂਸਰਾ ਗਰੁੱਪ ਕ੍ਰੀਏਟ ਕਰਾਂਗੇ ਕੋਟਲਾ ਕਲਾਸਿਸ ਬੈਚ 2 ਹੋਏਗਾ। ਤੁਹਾਨੂੰ ਉਹਦਾ ਲਿੰਕ ਵੀਡੀਓ ਦੇ ਵਿੱਚ ਮਿਲ ਜਾਏਗਾ, ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ, ਠੀਕ ਹੈ। ਸੋ ਤੁਸੀਂ ਜਿਸ ਤਰੀਕੇ ਨਾਲ ਸਾਡੇ ਨਾਲ ਜੁੜੇ ਹੋਏ ਹੋ, ਜਿਸ ਤਰੀਕੇ ਨਾਲ ਤੁਸੀਂ ਸਾਨੂੰ ਫੋਲੋ ਕਰਦੇ ਹੋ, ਯਕੀਨ ਕਰਿਓ ਕਿ ਉਨੇ ਹੀ ਦਿਲੋਂ ਤੁਹਾਡੀਆਂ ਜਿੰਨੀਆਂ ਵੀ ਮਤਲਬ ਜ਼ਰੂਰਤਾਂ ਨੇ ਜਾਂ ਫਿਰ ਇੱਕ ਤਮੰਨਾ ਹੈ ਕਿ ਯਾਰ ਸਾਡਾ ਟੈਟ ਕਲੀਅਰ ਹੋਣਾ ਚਾਹੀਦਾ ਹੈ, ਸੋ ਤੁਹਾਡੀ ਇਹ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ ਕਿ SST, ਸਾਇੰਸ, ਮੈਥ, ਇਹਨਾਂ ਤਿੰਨ ਚੀਜ਼ਾਂ ਦੀ ਤੁਹਾਨੂੰ ਕੋਈ ਟੈਨਸ਼ਨ ਨਹੀਂ ਲੈਣੀ ਹੈਗੀ। ਇਹਨਾਂ ਤਿੰਨ ਚੀਜ਼ਾਂ ਦੀ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ ਹੈਗੀ। ਤੁਹਾਨੂੰ ਸਾਰਾ ਕਲੀਅਰ ਕੀਤਾ ਜਾਊਗਾ, ਤੁਹਾਨੂੰ ਸਾਰਾ ਕੁਝ ਕਰਵਾਇਆ ਜਾਊਗਾ, ਇਨ ਡਿਟੇਲ ਕਰਵਾਇਆ ਜਾਊਗਾ। ਇੰਗਲਿਸ਼ SST, ਮੈਥ, ਸਾਇੰਸ, ਇਹ ਤਿੰਨ ਚੀਜ਼ਾਂ ਤੁਹਾਨੂੰ ਇਨ ਡਿਟੇਲ ਕਰਵਾਈਆਂ ਜਾਣਗੀਆਂ। ਉਸ ਤੋਂ ਬਾਅਦ ਅਗਰ ਆਪਣੇ ਕੋਲ ਟਾਈਮ ਬਚਦਾ ਹੈ ਜਾਂ ਫਿਰ ਜੋ ਵੀ ਮਤਲਬ ਅਗਲਾ ਜੋ ਵੀ ਸਿਸਟਮ ਹੋਏਗਾ, ਜੋ ਵੀ ਸਰਕਮਸਟੈਂਸਸ ਹੋਣਗੇ, ਉਹਨਾਂ ਨੂੰ ਸਾਹਮਣੇ ਰੱਖਦੇ ਹੋਏ ਆਪਾਂ ਇੰਗਲਿਸ਼, ਸਾਈਕੋਲੋਜੀ, ਪੰਜਾਬੀ ਵੀ ਕਰਾਂਗੇ। ਪਰ ਇਹ ਤਿੰਨ ਸਬਜੈਕਟ ਤੁਹਾਨੂੰ ਸਾਡੀ ਜ਼ਿੰਮੇਵਾਰੀ ਆ ਪੂਰੇ ਕਰਵਾਉਣਾ। ਉਸ ਤੋਂ ਬਾਅਦ ਵਾਰ-ਵਾਰ ਜੋ ਮੈਨੂੰ ਇੱਕ ਮੈਸੇਜ ਕਾਫੀ ਆ ਰਿਹਾ ਹੈ, ਉਹ ਮੈਸੇਜ ਆ ਰਿਹਾ ਹੈ ਕਿ ਕੋਰਸ ਦੀ ਫੀਸ। ਮੈਨੂੰ ਕਈ ਬੱਚਿਆਂ ਨੇ ਮੈਸੇਜ ਕੀਤਾ ਹੈ ਕਿ ਕੋਰਸ ਦੀ ਫੀਸ ਕੀ ਹੈ। ਸੋ ਅਗਰ ਆਪਾਂ ਕੋਰਸ ਦੀ ਫੀਸ ਦੀ ਗੱਲ ਕਰੀਏ ਤਾਂ ਉਹਦੀ ਫੀਸ ਸਿਰਫ ਤੁਹਾਡਾ ਪਿਆਰ ਆ। ਮੈਂ ਪਿਛਲੀ ਵੀਡੀਓਜ਼ ਦੇ ਵਿੱਚ ਵੀ ਜਾਂ ਮੈਸੇਜ ਦੇ ਵਿੱਚ ਵੀ ਜਸਟ ਇੰਨੀ ਹੀ ਗੱਲ ਕਹਿ ਰਿਹਾ ਕਿ ਵੀਡੀਓ ਨੂੰ ਜਾਂ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਤੁਹਾਡਾ ਬੱਚੇ ਜਿਹੜਾ ਕੋਰਸ ਆ ਉਹ ਬਿਲਕੁਲ ਫ੍ਰੀ ਆਫ ਕੋਸਟ ਆ, ਬਿਲਕੁਲ ਫ੍ਰੀ ਆ। ਜਿੰਨੀਆਂ ਵੀ ਆਪਾਂ ਵੀਡੀਓਜ਼ ਡਿਸਕਸ ਕਰਾਂਗੇ, ਜਿੰਨੇ ਵੀ ਟੌਪਿਕ ਡਿਸਕਸ ਕਰਾਂਗੇ, ਉਹ ਸਾਰੇ ਦੇ ਸਾਰੇ ਟੌਪਿਕ, ਉਹ ਸਾਰੀਆਂ ਦੇ ਸਾਰੀਆਂ ਵੀਡੀਓਜ਼ ਤੁਹਾਨੂੰ ਬਿਲਕੁਲ ਫ੍ਰੀ ਮਿਲਣਗੀਆਂ, ਠੀਕ ਹੈ। ਤੁਸੀਂ ਬਸ ਆਪਣਾ ਟਾਈਮ ਦੇਣਾ ਹੈ, ਤੁਸੀਂ ਆਪਣਾ ਇਸ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦੇਣਾ ਹੈ, ਵੱਧ ਤੋਂ ਵੱਧ ਲੋਕਾਂ ਤੱਕ ਇਹ ਪਹੁੰਚਾਉਣਾ ਹੈ। ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੇ ਪਿੱਛੇ ਦਾ ਜੋ ਪਰਪਸ ਆ ਉਹ ਇੱਥੇ ਭੀੜ ਇਕੱਠੀ ਕਰਨਾ ਨਹੀਂ ਹੈਗਾ। ਸਿਰਫ ਉਹ ਲੋਕਾਂ ਨੂੰ ਨਾਲ ਜੋੜਨਾ ਹੈ ਜਿਹੜੇ ਇੱਕ ਤਾਂ ਦਿਲੋਂ ਤਿਆਰੀ ਕਰਨਾ ਚਾਹੁੰਦੇ ਨੇ, ਦੂਸਰਾ ਵੱਡੇ ਕੋਚਿੰਗ ਇੰਸਟੀਚਿਊਟਸ ਦੀਆਂ ਫੀਸਾਂ ਨਹੀਂ ਭਰ ਸਕਦੇ ਹੈਗੇ, ਜਾਂ ਫਿਰ ਮਤਲਬ ਹਰ ਪਰਸਨ ਨੀਡੀ ਹੁੰਦਾ ਹੈ ਜਾਂ ਹਰ ਪਰਸਨ ਨੂੰ ਜ਼ਰੂਰਤ ਹੁੰਦੀ ਆ। ਅਸੀਂ ਉਹ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਆਪਣਾ ਜੋ ਕੋਰਸ ਹੈ ਇਹ ਕ੍ਰੀਏਟ ਕਰ ਰਹੇ ਹਾਂ, ਆਪਣਾ ਜੋ ਕੋਰਸ ਹੈ ਇਹ ਪ੍ਰੋਵਾਈਡ ਕਰ ਰਹੇ ਹਾਂ ਤਾਂ ਕਿ ਸਭ ਦਾ ਭਲਾ ਹੋ ਸਕੇ। ਸੋ ਸਿਰਫ ਨਾਲ ਤੁਹਾਨੂੰ ਇੱਕ ਗੁਜ਼ਾਰਿਸ਼ ਆ ਕਿ ਤੁਸੀਂ ਚੈਨਲ ਦੇ ਲਿੰਕ ਨੂੰ ਜਾਂ WhatsApp ਗਰੁੱਪ ਦੇ ਜਾਂ ਫਿਰ ਆਪਣਾ ਫੇਸਬੁੱਕ ਔਰ ਟੈਲੀਗ੍ਰਾਮ ਤੇ ਵੀ ਆ ਜਾਂਦੇ ਹਾਂ, ਹੈ ਨਾ। ਉੱਥੋਂ ਵੀ ਆਪਾਂ ਥੋੜ੍ਹਾ ਜਿਹਾ ਸ਼ੁਰੂ ਕਰਦੇ ਹਾਂ ਤਾਂ ਕਿ ਵੱਧ ਤੋਂ ਵੱਧ ਲੋਕੀ ਜੁੜ ਸਕਣ। ਸੋ ਕਹਿਣ ਦਾ ਮਤਲਬ ਕਿ ਸਾਡਾ ਪਰਪਸ ਭੀੜ ਇਕੱਠੀ ਕਰਨਾ ਨਹੀਂ ਹੈਗਾ। ਸਾਡਾ ਪਰਪਸ ਜਿਹਨੂੰ ਜ਼ਰੂਰਤ ਆ ਸਿਰਫ ਉਹਨੂੰ ਸ਼ਾਮਿਲ ਕਰਨਾ ਹੈ। ਸੋ ਅਗਰ ਤੁਸੀਂ ਸ਼ੇਅਰ ਵੀ ਕਰ ਰਹੇ ਹੋ ਤਾਂ ਦੇਖ ਕੇ ਸ਼ੇਅਰ ਕਰੋ, ਉਹ ਲੋਕਾਂ ਨੂੰ ਨਾਲ ਜੋੜੋ ਜਿਨ੍ਹਾਂ ਨੂੰ ਐਕਚੁਅਲ ਦੇ ਵਿੱਚ ਜ਼ਰੂਰਤ ਹੈਗੀ ਆ, ਓਕੇ। ਤੇ ਹੁਣ ਅਸੀਂ ਡਿਸਕਸ ਕਰਨਾ ਹੈ ਬੱਚੇ ਆਪਣਾ PS ਟੈਟ ਦਾ ਜੋ ਸਿਲੇਬਸ ਆ। ਸਭ ਤੋਂ ਪਹਿਲਾਂ ਤਾਂ ਇੰਟਰੋਡਕਸ਼ਨ ਆਫ ਸਿਲੇਬਸ ਆਫ ਹਿਸਟਰੀ ਆਫ PS ਟੈਟ। ਮੈਂ ਤੁਹਾਨੂੰ ਮੈਸੇਜ ਦੇ ਵਿੱਚ ਜੋ ਗੱਲ ਕਹੀ ਸੀ ਕਿ ਅਸੀਂ ਕੀ ਕਰਨਾ ਹੈ, ਕਿਵੇਂ ਕਰਨਾ ਹੈ, ਕੀ ਸ਼ੁਰੂਆਤ ਕਰਨੀ ਹੈ, ਉਹਦੇ ਵਿੱਚ ਕੀ ਹੋਵੇਗਾ, ਉਹ ਸਾਰਾ ਮੈਂ ਤੁਹਾਡੇ ਨਾਲ ਹੈ ਇੱਕ ਸਾਰਾ ਮਤਲਬ ਮਟੀਰੀਅਲ ਤਿਆਰ ਕੀਤਾ ਹੈ। ਉਹਨੂੰ ਓਬਜ਼ਰਵ ਕੀਤਾ ਹੈ, ਤੁਹਾਡੇ ਪਿਛਲੇ ਕੁਐਸਚਨਸ ਨੂੰ ਓਬਜ਼ਰਵ ਕੀਤਾ ਹੈ, ਪੇਪਰਸ ਨੂੰ ਓਬਜ਼ਰਵ ਕੀਤਾ। ਆ ਸ਼ੀਟ ਮੈਂ ਤੁਹਾਡੇ ਨਾਲ ਸਾਂਝੀ ਕਰ ਦਾਂਗਾ, ਤੁਹਾਡੇ ਨਾਲ ਮੈਂ ਗਰੁੱਪ ਦੇ ਵਿੱਚ ਮੈਂ ਸ਼ੇਅਰ ਕਰ ਦਾਂਗਾ, ਠੀਕ ਹੈ। ਤੁਸੀਂ ਇਹ ਦੇਖ ਵੀ ਸਕਦੇ ਹੋ ਸ਼ੀਟ ਨੂੰ। ਬਾਕੀ ਆਪਾਂ ਡਿਸਕਸ ਕਰ ਰਹੇ ਹਾਂ।
ਆਪਾਂ ਨੂੰ ਪਤਾ ਹੈ ਕਿ SST ਦੇ 3 ਪੋਰਸ਼ਨ ਹੁੰਦੇ ਨੇ। SST ਦੇ 3 ਪੋਰਸ਼ਨ ਹੁੰਦੇ ਨੇ। ਇੱਕ ਹੁੰਦਾ ਹੈ ਜਿਓਗ੍ਰਾਫੀ, ਇੱਕ ਹੁੰਦੀ ਆ ਸਿਵਿਕਸ ਤੇ ਇੱਕ ਹੁੰਦੀ ਆ ਹਿਸਟਰੀ। ਸਭ ਤੋਂ ਪਹਿਲਾਂ ਬੱਚੇ ਅਸੀਂ ਜੋ ਸ਼ੁਰੂਆਤ ਕਰਾਂਗੇ ਉਹ ਹਿਸਟਰੀ ਦੀ ਕਰਾਂਗੇ, ਕਿਉਂਕਿ ਸਭ ਤੋਂ ਲੈਂਥੀ ਸਬਜੈਕਟ ਆ। ਹਿਸਟਰੀ ਦੀ ਸ਼ੁਰੂਆਤ ਕਰਾਂਗੇ। ਹਿਸਟਰੀ ਦੇ ਵਿੱਚ ਸਾਨੂੰ ਟੋਟਲ 24 ਟੌਪਿਕ ਨੇ, ਠੀਕ ਹੈ। ਤੇ ਸਭ ਤੋਂ ਪਹਿਲਾਂ ਜਿਹੜਾ ਸਾਡੇ ਕੋਲੇ ਟੌਪਿਕ ਆ ਰਿਹਾ ਉਹ ਆ ਰਿਹਾ ਵੈਨ, ਵੇਅਰ ਐਂਡ ਹਾਊ। ਵੈਨ, ਵੇਅਰ ਐਂਡ ਹਾਊ, ਇਹਦੀ ਜੋ ਪਹਿਲੀ ਉਹ ਵੀਡੀਓ ਆ ਉਹ ਤੁਹਾਨੂੰ ਆਲਰੇਡੀ ਆਪਾਂ 26 ਸਤੰਬਰ ਨੂੰ ਦੇ ਰਹੇ ਹਾਂ, ਮਤਲਬ ਕਿ ਜੋ ਮੰਡੇ ਆ ਰਿਹਾ ਇਸ ਮੰਡੇ ਨੂੰ ਤੁਹਾਨੂੰ ਪ੍ਰੋਵਾਈਡ ਕਰ ਹੀ ਰਹੇ ਹਾਂ ਹਾਊ, ਵੈਨ, ਵੇਅਰ ਦੀ ਪਹਿਲੀ ਵੀਡੀਓ। ਅੱਛਾ, ਇੱਥੇ ਨਾ ਮੈਂ ਤੁਹਾਨੂੰ ਓਵਰਆਲ ਦੱਸ ਰਿਹਾ ਵੀ ਆਪਾਂ ਕੀ ਕੀ ਕਰਨਾ ਹੈ, ਮਤਲਬ ਇੱਕ ਕ੍ਰੋਨੋਲੋਜੀ ਜਾਂ ਫਿਰ ਇੱਕ ਸੀਰੀਅਲ ਆਰਡਰ ਕੇ ਕੀ ਕੀ ਕਰਾਂਗੇ, ਕਿਵੇਂ ਕਿਵੇਂ ਕਰਾਂਗੇ। ਅਦਰਵਾਈਜ਼ ਇਸ ਚੈਪਟਰ ਦੇ ਵਿੱਚ ਆਪਾਂ ਨੇ ਕੀ ਕੀ ਕਰਨਾ ਹੈ, ਇਸ ਟੌਪਿਕ ਦੇ ਅੰਡਰ ਆਪਾਂ ਨੇ ਕੀ ਕੀ ਕਰਨਾ, ਉਹਦੇ ਵਾਸਤੇ 1 ਮਿੰਟ ਦੀ, ਅੱਧੇ ਮਿੰਟ ਦੀ, ਜਿੰਨਾ ਵੀ ਹੋਊਗਾ ਤੁਹਾਨੂੰ ਇੱਕ ਅਲੱਗ ਤੋਂ ਵੀਡੀਓ ਵੀ ਪ੍ਰੋਵਾਈਡ ਕਰਾਂਗਾ ਮੈਂ। ਸੋ ਕਹਿਣ ਦਾ ਮਤਲਬ ਮੈਂ ਫਿਰ ਤੋਂ ਉਹੀ ਗੱਲ ਰਿਪੀਟ ਕਰ ਰਿਹਾ ਕਿ ਤੁਹਾਡੇ ਵਾਸਤੇ ਜਿੰਨਾ ਵੱਧ ਤੋਂ ਵੱਧ ਫੈਸਿਲਿਟੀਜ਼ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾ ਸਕਣ ਉਹ ਕਰਾਂਗੇ ਅਸੀਂ। ਤੁਸੀਂ ਇਹ ਫਿਕਰ ਨਹੀਂ ਕਰਨੀ ਹੈਗੀ, ਤੁਸੀਂ ਬਸ ਜੁੜੇ ਰਹੋ, ਘੱਟ ਤੋਂ ਘੱਟ ਵੀਡੀਓਜ਼ ਨੂੰ ਦੇਖਦੇ ਰਹੋ, ਠੀਕ ਹੈ। ਕਿਤੇ ਇਹ ਨਾ ਹੋਵੇ ਕਿ ਆਪਾਂ ਸਮਾਨ ਇਕੱਠਾ ਕਰ ਲਈਏ, ਆਪਾਂ ਮਟੀਰੀਅਲ ਸਾਰਾ ਇਕੱਠਾ ਕਰ ਲਈ ਤੇ ਤਿਆਰੀ ਕਰੀਏ ਨਾ, ਥੋੜਾ ਨਾਲ ਹੀ ਸਮੁੰਦਰ ਭਰਨਾ ਹੈ ਆਪਾਂ ਨੇ, ਇਸ ਲਈ ਥੋੜਾ ਕਰਦੇ ਵੀ ਰਹਿਣਾ ਹੈ। ਓਕੇ, ਸੋ ਸ਼ੁਰੂ ਕਰਦੇ ਆਪਾਂ। ਵੈਨ, ਵੇਅਰ ਐਂਡ ਹਾਊ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇਹਦੇ ਵਿੱਚ ਆਪਾਂ ਨੇ ਹਿਸਟਰੀ ਦੀ ਡਿਸਕਸ਼ਨ ਕਰਨੀ ਆ। ਹਿਸਟਰੀ ਕੀ ਆ, ਹਿਸਟਰੀ ਕਿੱਥੋਂ ਆਈ ਆ, ਕਿਵੇਂ ਬਣੀ ਆ, ਹਿਸਟਰੀ ਦਾ ਫਾਦਰ ਕੌਣ ਆ, ਜਾਂ ਫਿਰ ਡੇਟਸ ਕੀ ਹੁੰਦੀਆਂ ਨੇ, ਕ੍ਰੋਨੋਲੋਜੀ ਕੀ ਹੁੰਦੀ ਹੈ, ਸੀਰੀਅਲ ਆਰਡਰ ਕੀ ਹੁੰਦਾ ਹੈ, ਟਾਈਮਲਾਈਨ ਕੀ ਹੁੰਦਾ ਹੈ, ਇੱਕ ਆਪਨ ਆਉਂਦੀ ਹੁੰਦੀ ਨੇ AD, BC, BCE, ਈਸਵੀ ਪੂਰਵ, ਉਹ ਸਾਰਾ ਕੁਝ ਕੀ ਹੁੰਦਾ ਉਹਦੇ ਬਾਰੇ ਡਿਸਕਸ ਕਰਾਂਗੇ। ਜਾਂ ਫਿਰ ਇਤਿਹਾਸ ਕਿੱਥੋਂ ਆਇਆ, ਸੋਰਸ ਆਫ ਹਿਸਟਰੀ ਕੀ ਆ, ਇਤਿਹਾਸ ਦੇ ਸੋਮੇ ਕੀ ਨੇ, ਕਿਹੜੀਆਂ ਇਮਾਰਤਾਂ ਨੇ, ਕਿਹੜੇ ਲਿਖਤਾਂ ਨੇ, ਕਿਹੜੀਆਂ ਧਾਰਮਿਕ ਲਿਖਤਾਂ ਨੇ, ਕਿਹੜੀਆਂ ਬਿਨਾਂ ਧਰਮ ਤੋਂ ਲਿਖਤਾਂ ਨੇ, ਉਹ ਕਿਹਨੇ ਕੀ ਲਿਖਿਆ ਹੈ, ਕਿਹਨੇ ਕੀ ਲਿਖਿਆ, ਉਹ ਸਾਰਾ ਕੁਝ ਆਪਾਂ ਈਚ ਐਂਡ ਐਵਰੀਥਿੰਗ ਇਨ ਡਿਟੇਲ, ਉਹ ਸਾਰਾ ਕੁਝ ਆਪਾਂ ਆਪਣੇ ਪਹਿਲੇ ਟੌਪਿਕ ਦੇ ਵਿੱਚ ਡਿਸਕਸ ਕਰਾਂਗੇ। ਓਕੇ, ਦੂਸਰਾ ਆਪਣੇ ਕੋਲ ਆ ਰਿਹਾ ਦ ਅਰਲੀਐਸਟ ਸੁਸਾਇਟੀਜ਼। ਐਕਚੁਅਲ 'ਚ ਬੱਚੇ ਹੁੰਦਾ ਕੀ ਆ, ਇਹ ਟੈਟ ਵਾਲੇ ਜਾਂ ਕਿਸੇ ਵੀ ਆਪਾਂ ਸਿਲੇਬਸ ਦੀ ਗੱਲ ਕਰ ਲਈਏ, ਗਵਰਨਮੈਂਟ ਐਗਜ਼ਾਮ ਕੋਈ ਵੀ ਆ, ਉਹਨਾਂ ਇੱਕ ਛੋਟਾ ਜਿਹਾ ਨਾਮ ਲਿਖ ਦਿੰਦੇ ਨੇ। ਫੋਰ ਐਗਜ਼ਾਮਪਲ ਹਾਊ, ਵੈਨ, ਵੇਅਰ, ਜਾਂ ਵੈਨ, ਵੇਅਰ, ਹਾਊ, ਛੋਟਾ ਜਿਹਾ ਉਹਨਾਂ ਨੇ ਇੱਕ ਨਾਮ ਲਿਖਤਾ, ਉਹਦੇ ਵਿੱਚ ਮਟੀਰੀਅਲ ਕੀ ਆ ਸਾਨੂੰ ਪਤਾ ਹੀ ਨਹੀਂ ਹੈਗਾ। ਅਸੀਂ ਇਹੀ ਕਨਫਿਊਜ਼ਨ 'ਚ ਰਹਿੰਦੇ ਹਾਂ, ਪੜ੍ਹੀਏ ਜਾਂ ਨਾ ਪੜ੍ਹੀਏ, ਇਹਨੂੰ ਕਰੀਏ ਜਾਂ ਨਾ ਕਰੀਏ, ਹੈ ਨਾ। ਜਾਂ ਫਿਰ ਜਿਵੇਂ ਹੁਣ ਦੇਖੋ ਅਰਲੀਐਸਟ ਸੁਸਾਇਟੀਜ਼, ਇਹਦੇ ਵਿੱਚ ਕਰਨਾ ਕੀ ਹੈ ਸਾਨੂੰ ਪਤਾ ਹੀ ਨਹੀਂ ਹੈਗਾ। ਸੋ ਤੁਹਾਡੇ ਵਾਸਤੇ ਹੀ ਆਸਾਨੀ ਲੈ ਕੇ ਆਇਆ ਵੀ ਨਾਮ ਕੁਝ ਹੋਰ ਨੇ, ਵਿੱਚ ਕੁਝ ਹੋਰ ਆ, ਠੀਕ ਹੈ। ਉਹ ਸਾਰਾ ਕੁਝ ਆਪਾਂ ਕਵਰ ਕਰ ਰਹੇ ਹਾਂ। ਸੋ ਦ ਅਰਲੀਐਸਟ ਸੁਸਾਇਟੀਜ਼ ਦੀ ਅਗਰ ਆਪਾਂ ਗੱਲ ਕਰੀਏ, ਇਹਦੇ ਵਿੱਚ ਆਪਾਂ ਨੇ ਦੇਖਣਾ ਕਿ ਮਨੁੱਖ ਦਾ ਵਿਕਾਸ ਕਿਵੇਂ ਹੋਇਆ, ਉਹਨੇ ਅੱਗ ਦੀ ਖੋਜ ਕਿਵੇਂ ਕੀਤੀ, ਉਹਨੇ ਪਹੀਏ ਦੀ ਖੋਜ ਕਿਵੇਂ ਕੀਤੀ, ਪਹਿਲਾਂ ਦਾ ਮਨੁੱਖ ਕਿਵੇਂ ਸੀਗਾ, ਉਹਦੇ ਜਿਹੜੇ ਹਥਿਆਰ ਸੀਗੇ ਪੱਥਰਾਂ ਦੇ ਸੀਗੇ, ਕਿਹੋ ਜਿਹੇ ਬਣੇ ਹੋਏ ਸੀਗੇ। ਮਤਲਬ ਕਿ ਇਹਦੇ ਵਿੱਚ ਅਸੀਂ ਦੇਖਾਂਗੇ ਕਿ ਉਹ ਹਥਿਆਰ ਕਿਸ ਤਰ੍ਹਾਂ ਦੇ ਯੂਜ਼ ਕਰਦਾ ਸੀਗਾ, ਜਾਂ ਫਿਰ ਹਥਿਆਰਾਂ ਦੀ ਸ਼ੇਪ ਕਿਸ ਤਰ੍ਹਾਂ ਦੀ ਸੀਗੀ। ਕਹਿਣ ਦਾ ਮਤਲਬ ਇਹਦੇ ਵਿੱਚ ਆਪਾਂ ਨੇ ਪੱਥਰ ਯੁੱਗ ਬਾਰੇ ਪੜ੍ਹਨਾ ਹੈ। ਪੱਥਰ ਯੁੱਗ ਦੇ ਵਿੱਚ ਪੁਰਾਤਨ ਪੱਥਰ ਯੁੱਗ, ਮੱਧ ਪੱਥਰ ਯੁੱਗ, ਜਾਂ ਫਿਰ ਨਵਾਂ ਪੱਥਰ ਯੁੱਗ, ਪੈਲੀਓਲਿਥਿਕ ਏਜ, ਮੈਸੋਲਿਥਿਕ ਏਜ, ਜਾਂ ਫਿਰ ਨਿਓਲਿਥਿਕ ਏਜ, ਉਹਨਾਂ ਬਾਰੇ ਪੜਾਂਗੇ ਆਪਾਂ, ਠੀਕ ਹੈ। ਨੈਕਸਟ ਬੱਚੇ ਆਪਣੇ ਕੋਲੇ ਆ ਰਿਹਾ ਦ ਫਸਟ ਫਾਰਮਰ ਐਂਡ ਹਰਡਰ। ਪਹਿਲਾ ਚਰਵਾਹਾ ਜਾਂ ਫਿਰ ਪਹਿਲਾ ਪਸ਼ੂ ਪਾਲਣ ਵਾਲਾ, ਜਾਂ ਫਿਰ ਪਹਿਲਾ ਖੇਤੀ ਕਰਨ ਵਾਲਾ। ਖੇਤੀ ਕਿਹਨਾਂ ਨੇ ਕੀਤੀ, ਕਿਵੇਂ ਕੀਤੀ, ਚਰਵਾਹੇ ਕੌਣ ਸੀਗੇ, ਕਿਉਂ ਚਰਵਾਹੇ ਬਣੇ, ਉਹਨਾਂ ਦਾ ਚਰਵਾਹੇ ਬਣਨ ਦਾ ਸਫ਼ਰ ਕੀ ਸੀਗਾ, ਖੇਤੀ ਕਰਨ ਦਾ ਸਫ਼ਰ ਕੀ ਸੀਗਾ, ਮਨੁੱਖ ਕਿਸਾਨ, ਪਸ਼ੂ ਪਾਲਕ ਜਾਂ ਫਿਰ ਚਰਵਾਹਾ ਕਿਵੇਂ ਬਣਿਆ, ਉਸ ਚੀਜ਼ ਦਾ ਸਫ਼ਰ। ਜਾਂ ਫਿਰ ਇਹਦੇ ਵਿੱਚ ਆਪਾਂ ਨੇ ਮਤਲਬ ਇੱਥੇ ਜਿਹੜਾ ਆਪਾਂ ਨੇ ਪਾਰਟ ਛੱਡਿਆ ਹੈ ਨਵਾਂ ਪੱਥਰ ਯੁੱਗ, ਹੈ ਨਾ। ਨਵਾਂ ਪੱਥਰ ਯੁੱਗ ਦਾ ਜਿਹੜਾ ਐਂਡਲਾ ਹਿੱਸਾ ਹੈ ਉਹ ਦ ਫਸਟ ਫਾਰਮਰ ਦਾ ਸਟਾਰਟਿੰਗ ਵਾਲਾ ਹਿੱਸਾ ਆਪਾਂ ਕਹਿ ਸਕਦੇ ਹਾਂ ਉਹਨੂੰ। ਸੋ ਉਹਦੇ ਵਿੱਚ ਆਪਾਂ ਨੇ ਉਹ ਡਿਸਕਸ਼ਨਾਂ ਕਰਨੀਆਂ ਨੇ। ਨਾਲ ਆਪਾਂ ਲੋਹੇ ਦਾ ਯੁੱਗ ਜਾਂ ਫਿਰ ਕਾਂਸੇ ਦਾ ਯੁੱਗ, ਆਇਰਨ ਏਜ, ਇਹਦੇ ਬਾਰੇ ਆਪਾਂ ਡਿਸਕਸ ਕਰਾਂਗੇ, ਜਿਹਦੇ ਵਿੱਚ ਆਪਾਂ ਚਾਲਕੋਲਿਥਿਕ ਏਜ, ਕਾਪਰ ਏਜ ਬਾਰੇ ਡਿਸਕਸ ਕਰਾਂਗੇ, ਠੀਕ ਹੈ। ਨੈਕਸਟ ਆਪਣੇ ਕੋਲੇ ਆ ਰਿਹਾ ਫਸਟ ਸਿਟੀਜ਼। ਫਸਟ ਸਿਟੀਜ਼ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਆਪਾਂ ਨੂੰ ਪਤਾ ਹੈ ਕਿ ਆਪਾਂ ਬਹੁਤ ਯੂਜ਼ ਟੂ ਇਸ ਚੀਜ਼ ਦੇ ਹੜੱਪਾ ਸੱਭਿਅਤਾ। ਆਪਾਂ ਹੜੱਪਾ ਸੱਭਿਅਤਾ ਬਾਰੇ ਗੱਲ ਕਰਾਂਗੇ, ਠੀਕ ਹੈ। ਹੜੱਪਾ ਸੱਭਿਅਤਾ ਉਹਦੇ ਨਾਲ ਹੀ ਆਪਾਂ ਕੰਪੇਅਰ ਕਰਾਂਗੇ ਕਿ ਉਹਦੇ ਨਾਲ ਹੋਰ ਕਿਹੜੀਆਂ ਸੱਭਿਅਤਾਵਾਂ ਆਈਆਂ ਸੀਗੀਆਂ, ਜਿਵੇਂ ਕਿ ਈਰਾਨ ਦੇ ਵਿੱਚ ਕਿਹੜੀ ਸੱਭਿਅਤਾ ਸੀਗੀ, ਚੀਨ 'ਚ ਕਿਹੜੀ ਸੱਭਿਅਤਾ ਸੀਗੀ, ਜਾਂ ਫਿਰ ਮਿਸਰ ਦੇ ਵਿੱਚ ਕਿਹੜੀ ਸੱਭਿਅਤਾ ਸੀ, ਜਾਂ ਫਿਰ ਮੈਸੋਪੋਟਾਮੀਆ ਦੀ ਸੱਭਿਅਤਾ। ਸੋ ਸਾਡੀ ਸੱਭਿਅਤਾ ਦੇ ਨਾਲ ਹੋਰ ਕਿਹੜੀਆਂ ਸੱਭਿਅਤਾਵਾਂ ਉੱਠ ਰਹੀਆਂ ਸੀਗੀਆਂ, ਇਹਨਾਂ ਬਾਰੇ ਆਪਾਂ ਨੇ ਵਿਚਾਰ ਚਰਚਾ ਕਰਨੀ ਹੈ, ਡਿਸਕਸ਼ਨ ਕਰਨੀ ਹੈ, ਠੀਕ ਹੈ। ਨੈਕਸਟ ਆਪਣੇ ਕੋਲ ਜੋ ਟੌਪਿਕ ਆ ਰਿਹਾ ਉਹ ਆ ਰਿਹਾ ਹੈ ਅਰਲੀ ਸਟੇਟਸ। ਸਟਾਰਟਿੰਗ ਦੀਆਂ ਸਟੇਟਸ, ਸ਼ੁਰੂ ਦੇ ਸ਼ਹਿਰ, ਸਟਾਰਟਿੰਗ ਦੇ ਸਟੇਟਸ। ਇਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਲੋਕ ਜਿਹੜੇ ਸੀਗੇ ਉਹ ਸ਼ਾਸਕ ਕਿਵੇਂ ਬਣੇ। ਹੁਣ ਸਟਾਰਟਿੰਗ ਦਾ ਜਿਹੜਾ ਬੰਦਾ ਸੀਗਾ, ਸਟਾਰਟਿੰਗ ਦਾ ਜਿਹੜਾ ਮਨੁੱਖ ਸੀਗਾ, ਉਹ
ਸੁਸਾਇਟੀ ਦੇ ਵਿੱਚ ਨਹੀਂ ਰਹਿੰਦਾ ਸੀਗਾ, ਉਹ ਥਾਂ ਥਾਂ ਭਟਕਦਾ ਫਿਰਦਾ ਸੀਗਾ। ਅਜਿਹੀਆਂ ਕਿਹੜੀਆਂ ਚੀਜ਼ਾਂ ਸੀਗੀਆਂ ਜਿਨ੍ਹਾਂ ਨੇ ਮਜਬੂਰ ਕੀਤਾ ਉਸ ਨੂੰ ਕਿ ਭਾਈ ਸੁਸਾਇਟੀ 'ਚ ਰਹਿਣਾ ਹੈ, ਸਮਾਜ 'ਚ ਰਹਿਣਾ ਹੈ? ਅਜਿਹੀਆਂ ਕਿਹੜੀਆਂ ਚੀਜ਼ਾਂ ਸੀਗੀਆਂ? ਅਜਿਹੀਆਂ ਕਿਹੜੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਉਹਨੂੰ ਹੌਲੀ ਹੌਲੀ ਕਬੀਲੇ ਦੇ ਵਿੱਚ ਲੈ ਕੇ ਗਈਆਂ ਕਿ ਆਪਾਂ ਕਬੀਲੇ ਬਣਾਉਣੇ ਆ? ਅਜਿਹੀਆਂ ਕਿਹੜੀਆਂ ਚੀਜ਼ਾਂ ਸੀਗੀਆਂ ਜਿਨ੍ਹਾਂ ਨੇ ਕਬੀਲੇ ਦਾ ਸਰਦਾਰ ਬਣਾਇਆ? ਉਹ ਚੀਜ਼ਾਂ ਆਪਾਂ ਨੇ ਡਿਸਕਸ ਕਰਨੀਆਂ ਨੇ ਇਹਦੇ ਵਿੱਚ। ਲੋਕ ਸਰਦਾਰ ਕਿਵੇਂ ਬਣੇ, ਲੋਕ ਸ਼ਾਸਕ ਕਿਵੇਂ ਬਣੇ, ਠੀਕ ਹੈ। ਉਸ ਤੋਂ ਬਾਅਦ ਫਿਰ ਇਹੀ ਵਾਲੇ ਸਰਦਾਰ ਜਾਂ ਸ਼ਾਸਕ ਅੱਗੇ ਜਨ ਬਣਾਉਂਦੇ ਨੇ, ਜਨਪਦ, ਮਹਾਜਨਪਦ ਆਪਾਂ ਪੜ੍ਹ ਰਹੇ ਨਾ ਹਿਸਟਰੀ ਦੇ ਵਿੱਚ, ਉਹ ਸਾਰਾ ਆਪਾਂ ਡਿਸਕਸ ਕਰਾਂਗੇ, ਠੀਕ ਹੈ। ਨੈਕਸਟ ਆਪਣੇ ਕੋਲ ਆ ਗਏ ਨਵੇਂ ਵਿਚਾਰ, ਨਿਊ ਆਈਡੀਆਜ਼। ਇਹਦੇ ਵਿੱਚ ਬੱਚੇ ਆਪਾਂ ਨੇ ਡਿਸਕਸ ਕਰਨਾ ਹੈ ਬੁੱਧਿਜ਼ਮ ਬਾਰੇ, ਜੈਨਿਜ਼ਮ ਬਾਰੇ। ਅਜਿਹਾ ਇੱਥੇ ਤੱਕ ਆ ਕੇ ਅਜਿਹਾ ਕੀ ਹੋਣ ਲੱਗ ਗਿਆ ਸੀਗਾ, ਅਜਿਹੀਆਂ ਕਿਹੜੀਆਂ ਘਟਨਾਵਾਂ ਵਾਪਰੀਆਂ ਸੀਗੀਆਂ ਕਿ ਦੋ ਨਵੇਂ ਧਰਮ ਹੋਂਦ ਵਿੱਚ ਆ ਗਏ, ਲੋਕਾਂ ਨੂੰ ਨਵਾਂ ਧਰਮ ਬਣਾਉਣਾ ਪੈ ਗਿਆ। ਬੁੱਧਿਜ਼ਮ ਦੀ ਹੋਂਦ ਹੋਈ, ਬੁੱਧਿਜ਼ਮ ਦਾ ਸਾਹਮਣੇ ਆਇਆ ਜੋ ਵੀ ਆਈਡੀਆ ਸੀਗਾ, ਜੈਨਿਜ਼ਮ ਸਾਡੇ ਸਾਹਮਣੇ ਆਇਆ। ਅਜਿਹਾ ਕੀ ਜ਼ਰੂਰਤ ਸੀਗੀ ਇਹਨਾਂ ਨੂੰ ਸਾਹਮਣੇ ਲੈ ਕੇ ਆਉਣ ਦੀ? ਕੌਣ ਸੀਗੇ ਸਾਹਮਣੇ ਲੈ ਕੇ ਆਉਣ ਵਾਲੇ? ਕਿਹੜੀਆਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਇਹਨਾਂ ਧਰਮਾਂ ਦੀ ਇਜਾਦ ਕੀਤੀ? ਉਹ ਸਾਰਾ ਕੁਝ ਅਸੀਂ ਇਹਦੇ ਵਿੱਚ ਡਿਸਕਸ ਕਰਾਂਗੇ, ਨਿਊ ਆਈਡੀਆਜ਼ ਦੇ ਵਿੱਚ, ਨਵੇਂ ਵਿਚਾਰਾਂ ਦੇ ਵਿੱਚ। ਨੈਕਸਟ ਸਾਡੇ ਕੋਲ ਟੌਪਿਕ ਆ ਰਿਹਾ ਦ ਫਸਟ ਐਮਪਾਇਰ। ਜਦੋਂ ਅਸੀਂ ਫਸਟ ਐਮਪਾਇਰ ਦੀ ਗੱਲ ਕਰਦੇ ਹਾਂ, ਮਤਲਬ ਕਿ ਇੰਡੀਆ ਦਾ ਪਹਿਲਾ ਐਮਪਾਇਰ ਕਿਹੜਾ ਸੀਗਾ, ਪਹਿਲਾ ਰਾਜਾ ਜਿਹੜਾ ਅਸਲ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਹਾਂ ਵੀ ਇੱਥੋਂ ਤੋਂ ਸ਼ਾਸਨ ਸ਼ੁਰੂ ਹੋ ਰਿਹਾ ਹੈ। ਸੋ ਉਹਦੇ ਵਿੱਚ ਆਪਾਂ ਨੇ ਗੱਲ ਕਰਨੀ ਆ ਮੌਰੀਆ ਕਾਲ ਦੀ। ਮੌਰੀਆ ਕਾਲ ਨੇ ਕਿਵੇਂ ਆਪਣੇ ਪੈਰ ਪਸਾਰੇ, ਜਿਹਦੇ ਵਿੱਚ ਬਿੰਦੂਸਾਰ ਸੀਗਾ, ਅਸ਼ੋਕ ਸੀਗਾ, ਜਾਂ ਫਿਰ ਕਿਹੜਾ ਮੌਰੀਆ ਰਾਜ ਦਾ ਜਿਹੜਾ ਮੇਨ ਹੈਡ ਬੰਦਾ ਸੀਗਾ, ਸਮੁੰਦਰ ਗੁਪਤ ਆਈ ਥਿੰਕ, ਜੋ ਵੀ ਸੀਗਾ ਆਪਾਂ ਡਿਸਕਸ ਕਰਾਂਗੇ। ਸੋ ਨੈਕਸਟ ਆਪਣੇ ਕੋਲ ਆ ਰਿਹਾ ਕੰਟੈਕਟ ਵਿਦ ਡਿਸਟੈਂਟ ਲੈਂਡਸ। ਕੰਟੈਕਟ ਵਿਦ ਡਿਸਟੈਂਟ ਲੈਂਡਸ ਮਤਲਬ ਕਿ ਅਸੀਂ ਜਾਂ ਭਾਰਤ ਦੂਜੇ ਦੇਸ਼ਾਂ ਦੇ ਨਾਲ, ਦੂਜੇ ਰਾਜਾਂ ਦੇ ਨਾਲ ਕਿਵੇਂ ਤਾਲੁਕ ਬਣਾਉਂਦਾ ਸੀਗਾ, ਕਿਵੇਂ ਰਿਲੇਸ਼ਨ ਬਣਾਉਂਦਾ ਸੀਗਾ, ਕਿਵੇਂ ਬਿਜ਼ਨਸ ਕਰਦਾ ਸੀਗਾ, ਉਹ ਸਾਰਾ ਕੁਝ ਆਪਾਂ ਨੇ ਕੰਟੈਕਟ ਵਿਦ ਡਿਸਟੈਂਟ ਲੈਂਡਸ ਦੇ ਵਿੱਚ ਡਿਸਕਸ ਕਰਨਾ ਹੈ, ਠੀਕ ਹੈ। ਨੈਕਸਟ ਆਪਣੇ ਕੋਲ ਆ ਰਿਹਾ ਪੋਲੀਟੀਕਲ ਡਿਵੈਲਪਮੈਂਟ। ਪੋਲੀਟੀਕਲ ਡਿਵੈਲਪਮੈਂਟ ਦੇ ਵਿੱਚ ਆਪਾਂ ਟੌਪਿਕ ਡਿਸਕਸ ਕਰਾਂਗੇ ਕਿ ਲੋਕੀ ਪੋਲੀਟੀਕਲੀ ਕਿਵੇਂ ਉੱਪਰ ਉੱਠੇ। ਉਹਦੇ ਵਿੱਚ ਆਪਾਂ ਨੇ ਗੁਪਤਾ ਐਮਪਾਇਰ ਦੀ ਗੱਲ ਕਰਨੀ ਆ, ਆਪਣੇ ਹਰਸ਼ਵਰਧਨ ਦੀ ਗੱਲ ਕਰਨੀ ਆ, ਜਾਂ ਫਿਰ ਜਿਹੜੇ ਨਵੇਂ ਸਮਾਜਿਕ ਤੇ ਰਾਜਨੀਤਿਕ ਸਮੂਹ ਉੱਠ ਰਹੇ ਸੀਗੇ। ਆਪਾਂ ਨੇ ਸਟਾਰਟਿੰਗ ਦੀ ਗੱਲ ਕੀਤੀ ਸੀਗੀ ਨਾ ਕਿ ਫਸਟ ਸਿਟੀਜ਼ ਦੇ ਵਿੱਚ ਜਾਂ ਫਿਰ ਅਰਲੀ ਸਟੇਟਸ ਦੇ ਵਿੱਚ ਜਨਪਦ ਬਣੇ ਸੀਗੇ ਜੀ, ਕਬੀਲੇ ਬਣੇ ਸੀਗੇ, ਕਬੀਲਿਆਂ ਦੇ ਸਰਦਾਰ ਬਣੇ ਸੀਗੇ। ਉਹੀ ਚੀਜ਼ਾਂ ਨੂੰ ਅੱਗੇ ਲਿਜਾਂਦੇ ਹੋਏ ਆਪਾਂ ਨੇ ਇੱਥੇ ਦੇਖਣਾ ਕਿ ਪੋਲੀਟੀਕਲ ਡਿਵੈਲਪਮੈਂਟਸ ਕਿਵੇਂ ਹੋਈਆਂ, ਲੋਕ ਕਿਵੇਂ ਆਪਣੇ ਹੈੱਡ ਨੂੰ ਚੁਣਦੇ ਸੀਗੇ, ਲੋਕ ਕਿਵੇਂ ਆਪਣੇ ਸਰਦਾਰ ਨੂੰ ਚੁਣਦੇ ਸੀਗੇ, ਨਵੇਂ ਰਾਜਾਂ ਦਾ ਉਹਦਾ ਉਭਾਰ ਕਿਵੇਂ ਹੋਇਆ, ਇਹ ਸਾਰਾ ਕੁਝ ਆਪਾਂ ਡਿਸਕਸ ਕਰਾਂਗੇ। ਨੈਕਸਟ ਆਪਣੇ ਕੋਲ ਆ ਰਿਹਾ ਹੈ ਕਲਚਰ ਐਂਡ ਸਾਇੰਸ। ਕਲਚਰ ਐਂਡ ਸਾਇੰਸ, ਸਾਡੀ ਸੰਸਕ੍ਰਿਤੀ ਕੀ ਆ, ਸਾਡਾ ਕਲਚਰ ਕੀ ਆ, ਸਾਡਾ ਰਹਿਣ ਸਹਿਣ ਕੀ ਆ, ਸਾਡਾ ਪਹਿਰਾਵਾ ਕੀ ਆ, ਪਹਿਲੇ ਸਮੇਂ ਤੋਂ ਲੈ ਕੇ ਹੁਣ ਤੱਕ। ਅੱਜ ਦੀ ਗੱਲ ਨਹੀਂ, ਪਹਿਲੇ ਸਮੇਂ ਤੋਂ ਲੈ ਕੇ ਹੁਣ ਤੱਕ। ਤੇ ਹੌਲੀ ਹੌਲੀ ਅਸੀਂ ਸਾਇੰਸ ਦੇ ਵਿੱਚ ਕਿਵੇਂ ਇਵੋਲਵ ਹੋਏ, ਅਸੀਂ ਸਾਇੰਸ ਦੇ ਵਿੱਚ ਕਿਵੇਂ ਆਏ, ਅਸੀਂ ਵਿਗਿਆਨ 'ਚ ਰੁਚੀ ਕਿਵੇਂ ਲੈਣ ਲੱਗੇ, ਅਸੀਂ ਟੈਕਨੋਲੋਜੀ ਵੱਲ ਨੂੰ ਕਿਵੇਂ ਗਏ, ਅਸੀਂ ਟੈਕਨੋਲੋਜੀ ਦੀਆਂ ਗੱਲਾਂ ਕਿਵੇਂ ਕੀਤੀਆਂ, ਠੀਕ ਹੈ। ਉਹ ਸਾਰਾ ਕੁਝ ਆਪਾਂ ਨੇ ਡਿਸਕਸ ਕਰਨਾ ਹੈ। ਨੈਕਸਟ ਆਪਣੇ ਕੋਲ ਆ ਰਿਹਾ न्यू किंगडम, न्यू किंग्स एंड किंगडम जो सुल्तान ऑफ दिल्ली है, वेरी इंपॉर्टेंट टॉपिक है, वेरी यूज टू टॉपिक। आप ये बारे में डिस्कस करते हैं। पहला न्यू किंग्स एंड किंगडम से आप गल करिए तो गुप्ता पीरियड हो गया, हर्षवर्धन पीरियड हो गया, पल्लव हो गए, चालुक्य हो गए, पुलकेशन हो गया, दक्षिणी भारत के प्रमुख राज हो गए। ये सारा कुछ आपने न्यू किंग्स एंड किंगडम के विच डिस्कस करना है, ओके। नैक्सट अपने को आ रहा सुल्तान ऑफ दिल्ली। सुल्तान ऑफ दिल्ली की अगर आप गल करते हैं तो एक स्लेव डेंसिटी ने यदि नींह पत्थर रखा सीगा। स्लेव डेंसिटी तो शुरुआत हुई सी, अगे 5-6 राजां दे विच किवें वंडिया होया सीगा, या फिर 5-6 डायनेस्टीज़ दे विच 5-6 वंशां दे विच एक किवें डिवीजन हुई सीगी। इहदी आपां उहदी डिस्कशन करनी है। अपने गुलाम वंश पढ़ना है, अपने खिलजी वंश पढ़ना है, तुगलक वंश पढ़ना है, सैयद वंश पढ़ना है, लोधी वंश पढ़ना है। इन्होंने प्रशासन किवें कीता, किहड़ियां पॉलिसीज़ लेके आए, वो सारा कुछ ईच एंड एवरीथिंग आपां डिटेल च कवर करांगे, ओके। नैक्सट आर्किटेक्चर। पहले समय तो लेके ਹੁਣ तक लोगों ने की बनवाया,
ਉਹਨਾਂ ਦੇ ਮਹਿਲ ਕਿਹੋ ਜਿਹੇ ਸੀਗੇ, ਉਹਨਾਂ ਦੀਆਂ ਮੰਦਰ ਕਿਹੋ ਜਿਹੇ ਸੀਗੇ, ਉਹਨਾਂ ਦੀਆਂ ਇਮਾਰਤਾਂ ਕਿਹੋ ਜਿਹੀਆਂ ਸੀਗੀਆਂ, ਆਰਕੀਟੈਕਚਰ, ਉਹਦੀਆਂ ਆਪਾਂ ਨੇ ਗੱਲਾਂ ਕਰਨੀਆਂ ਨੇ। ਵੱਖ-ਵੱਖ ਸ਼ਾਸਕਾਂ ਦੁਆਰਾ ਬਣਾਏ ਹੋਏ ਨਿਰਮਾਣ ਕਲਾ ਦੇ ਜਿਹੜੇ ਭਵਨ ਸੀਗੇ, ਜਾਂ ਫਿਰ ਦੱਖਣੀ ਭਾਰਤ ਦੇ ਮੰਦਰ, ਮੱਧਕਾਲੀਨ ਦੇ ਵਿੱਚ ਇਮਾਰਤ ਸਾਜ਼ੀ, ਜਾਂ ਫਿਰ ਮੁਗਲ ਇਮਾਰਤ ਕਲਾ, ਜਾਂ ਫਿਰ ਆਪਾਂ ਹੜੱਪਾ ਕਾਲ 'ਚ ਕਿਸ ਤਰ੍ਹਾਂ ਦੀ ਡਿਜ਼ਾਈਨਿੰਗ ਚੱਲਦੀ ਸੀਗੀ, ਹੜੱਪਾ ਕਾਲ ਦੇ ਵਿੱਚ ਕੀ ਕੁਛ ਚੱਲਦਾ ਸੀਗਾ, ਵੈਦਿਕ ਪੀਰੀਅਡ ਦੇ ਵਿੱਚ ਕੀ ਚੱਲਦਾ ਸੀਗਾ, ਬੁੱਧ ਕਾਲ ਦੇ ਵਿੱਚ ਕੀ ਸੀਗਾ, ਉਹ ਸਾਰਾ ਕੁਝ ਆਪਾਂ ਨੇ ਡਿਸਕਸ ਕਰਨਾ ਹੈ। ਓਕੇ, ਨੈਕਸਟ ਆਪਣੇ ਕੋਲ ਆ ਰਿਹਾ ਕ੍ਰੀਏਸ਼ਨ ਆਫ ਐਨ ਐम्पायर। ਸੁਲਤਾਨ ਆਫ ਦਿੱਲੀ ਤੋਂ ਬਾਅਦ ਇੱਕ ਐम्पायर ਦਾ ਸਿਸਟਮ ਸ਼ੁਰੂ ਹੋਇਆ, ਐम्पायर ਦਾ ਸਿਲਸਿਲਾ ਸ਼ੁਰੂ ਹੋਇਆ, ਮਤਲਬ ਕਿ ਮੁਗਲ ਐम्पायर। ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਮੁਗਲ ਐम्पायर ਦੇ ਵਿੱਚ ਸਭ ਤੋਂ ਪਹਿਲੇ ਤਾਂ ਗੱਲ ਇਹੀ ਹੈ ਕਿ ਮੁਗਲ ਹੈਗੇ ਕੌਣ ਸੀਗੇ, ਕਿੱਥੋਂ ਆਏ, ਕਿਹਨੇ ਭੇਜਿਆ, ਕਿਉਂ ਆਏ, ਵਜ੍ਹਾ ਕੀ ਸੀਗੀ, ਉਹ ਸਾਰਾ ਕੁਝ ਡਿਸਕਸ ਕਰਨਾ ਹੈ। दूसरा अपन ने डिस्कस करना है मुगल केड़े केड़े सीगे, बाबर हो गया, हुमायूं हो गया, अकबर हो गया, जहांगीर हो गया, शाहजहां हो गया, औरंगजेब हो गया। इन्हां बारे आपां डिस्कस करांगे। ये किहड़े किहड़े सिस्टम लेके आए, जिवें मनसबदारी सिस्टम हो गया, बटाई प्रणाली हो गई, या फिर इन्होंने सुधार किए सीगे बाजार दे विच जो सुधार सीगे, बाजार के सिस्टम के जो सुधार सीगे, किने किते, किवें किते, क्यों किते, वो सारियां ईच एंड एवरी गल्लां आपां ने डिस्कस करनियां ने। या फिर इन्होंने किहड़ियां चीज़ां लिखियां, किहड़ियां लिखवाइयां, वो सारा कुछ आपां पढ़ांगे। नैक्सट अपने को आ रहा सोशल चेंजिस। हौली 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 समाज किवें बदलिया, हौली 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 लोगों के किवें चेंजिस आईयां, ठीक है, वो बारे आप डिस्कस करांगे। जिहदे अपने देखना है जाति प्रथा के सुधार आया, समाज के सुधार आया, धार्मिक सिस्टम के सुधार आया। लाइक सती प्रथा की आप गल कर लीए, परदा प्रथा की गल कर लीए, कुड़ियां नूं जी बाहर असीं पढ़न नहीं भेजना हैगा, कुड़ियां नूं असीं स्कूले नहीं पाउणा हैगा, पढ़ाई के लोग खिलाफ सीगे। ये सारियां चीज़ां आपां डिस्कस करनियां ने कि इन्हां 'च सुधार किवें आए, किने किते। अगे साडे कोल हैगा रीजनल कल्चर, खेतरी सभ्यता वा खेतरी भिन्नता। ये आपां ने खेतरी सभ्याचार का विकास करना है। आपां ने राजपुताना का या फिर कत्थक नाच सीगा एक, उहदी डिस्कशन करनी है, या फिर लघु चित्रां की परंपरा, इहदी आपां ने डिस्कशन करनी है। ओके, नैक्सट अपने को बच्चे जो टॉपिक आ रहा है वो आ रहा है एस्टैब्लिशमेंट ऑफ कंपनी पावर। एस्टैब्लिशमेंट ऑफ कंपनी पावर, ये आपने देखना है कि भारत के बरतानवी जो राज आया, कंपनी की जी पावर आ वो किमें उभार होया, किमें उठी। अंग्रेज़ों ने बंगाल के उपर कब्जा किमें किया, प्लासी की लड़ाई कदों हुई, क्यों हुई, बक्सर की लड़ाई कदों हुई, क्यों हुई, रॉबर्ट क्लाइव कौन सीगा, या फिर दोहरी शासन प्रणाली की सीगी। सारियां गल्लां बारे आपने डिस्कशन करनी है। नैक्सट अपने को एक टॉपिक आ रहा रूरल लाइफ एंड सोसाइटी। पिंडां दा समाज किहो जिहे सीगे, पिंडां दी सोसाइटी किहो जी सीगी, पिंडां दे लोकां दी जिंदगी किहो जी सीगी। खेतीबाड़ी दी प्रणालियां च किहड़े सुधार होए, लाइक स्थाई बंदोबस्त हो गया, रैयतवाड़ी व्यवस्था हो गई, महलवाड़ी व्यवस्था हो गई, या फिर किसानां ने अंग्रेज़ों के विद्रोह किते, क्यों किते, वो सारा कुछ आपने ये डिस्कस करना है रूरल लाइफ के। इस तरीके कलोनीअलिज्म एंड ट्राइबल सोसाइटी। अंग्रेज़ जिहड़े सीगे वो ट्राइबल पीपल्स के उपर काफ़ी अत्याचार करते सीगे, ट्राइबल पीपल्स को काफ़ी दुखी करते सीगे। उन्होंने किवें विद्रोह किए, उन्होंने जिवें खासी का विद्रोह हो गया, अहोम का विद्रोह हो गया, भील का विद्रोह हो गया। और विद्रोह क्यों किए, किवें किए, किहड़े परपज़ सीगे, ये क्यों सता रहे सीगे, वो सारा कुछ आपां इहदे डिस्कस करांगे कलोनीअलिज्म एंड ट्राइबल सोसाइटी दे विच। नैक्सट अपने को आ रहा 1857 ईस्वी का विद्रोह। जिहड़ा मतलब पूरा 100 साल बाद एक विद्रोह होया सीगा, क्यों होया, उहदे कारण की सीगे, रिवोल्ट ऑफ 1857 दे कारण की सीगे, घटनावां की सीगियां, इन्हां दे लीडर कौन सीगे, कित्थे कित्थे घटनावां वापरियां, इहदे असफल क्यों होया, रीजन की सीगे, फेल क्यों हो गया, इहदे कारण की सीगे, या फिर विद्रोह का रिजल्ट की निकलिया, नतीजे की निकले, ये सारा कुछ आपां डिस्कस करना। नैक्सट है वूमेन एंड रिफॉर्म्स, इस्त्रियां ते सुधार। इस्त्रियां बारे सोचना, किने किने सोचिया, किने किने गल्लां कीतियां, किने किने कोशिश की। औरतों की दशा ते सुधार बारे। ब्राह्मो समाज की सीगा, ईश्वर चंद्र विद्यासागर कौन सीगा, आर्य समाज ने की किया, सर सैयद अहमद खान ने की किया, निरंकारी अंदोलन किस बारे सीगा, नामधारी अंदोलन किस बारे सीगा, सिंह सवाल अंदोलन की सीगा, स्वामी विवेकानंद कौन सीगा, श्रीमती एनी बेसेंट कौन सीगी। इन्हां बारे आपां ने इस टॉपिक के वीमेन एंड रिफॉर्म्स के डिस्कशन करनी है। ओके, नैक्सट अपने को आ रहा जाति प्रथा।
ਇਹਨੂੰ ਕਿਹੜੇ ਚੈਲੰਜ ਹੋਏ, ਸਮਾਜ ਕਿੰਨੀਆਂ ਜਾਤਾਂ 'ਚ ਵੰਡਿਆ ਹੋਇਆ ਸੀਗਾ, ਕਿੰਨੇ ਕਬੀਲਿਆਂ 'ਚ ਵੰਡਿਆ ਹੋਇਆ ਸੀਗਾ, ਜਾਂ ਫਿਰ ਹਿੰਦੂ ਸਮਾਜ ਕਿੰਨੇ ਭਾਗਾਂ 'ਚ ਵੰਡਿਆ ਹੋਇਆ ਸੀਗਾ, ਮੁਸਲਿਮ ਸਮਾਜ ਕਿੰਨੇ ਭਾਗਾਂ 'ਚ ਵੰਡਿਆ ਹੋਇਆ ਸੀਗਾ, ਕੌਣ ਅਤਿਆਚਾਰ ਕਰਦਾ ਸੀਗਾ, ਕੌਣ ਨਹੀਂ ਕਰਦਾ ਸੀਗਾ, ਉਹਨਾਂ ਦੀ ਮਤਲਬ ਜਿਹੜੀ ਕੰਡੀਸ਼ਨ ਸੀਗੇ, ਹਾਲਾਤ ਸੀਗੇ, ਉਹ ਕਿਹੋ ਜਿਹੇ ਸੀਗੇ, ਕਿਵੇਂ ਸੁਧਾਰ ਆਏ, ਇਹ ਸਾਰਾ ਕੁਝ ਆਪਾਂ ਨੇ ਡਿਸਕਸ ਕਰਨਾ। ਇਸ ਤੋਂ ਬਾਅਦ ਇੰਡੀਅਨ ਨੈਸ਼ਨਲ ਮੂਵਮੈਂਟ 1885 ਤੋਂ 1947 ਆਪਣੇ ਆਪ ਦੇ ਵਿੱਚ ਬੱਚੇ ਇੱਕ ਵੱਡਾ ਟੌਪਿਕ ਆ। ਲਗਭਗ ਆਹ ਦਿਨਾਂ ਤੋਂ ਆਪਾਂ ਆਪਣੀ ਜਿਹੜੀਆਂ ਸਰਗਰਮੀਆਂ ਸੀਗੀਆਂ, ਆਪਣੀ ਜਿਹੜੀਆਂ ਐਕਟੀਵਿਟੀਜ਼ ਸੀਗੀਆਂ, ਅਸੀਂ ਹੋਰ ਤੇਜ਼ ਕਰਤੀਆਂ ਸੀਗੀਆਂ ਆਜ਼ਾਦੀ ਲੈਣ ਵਾਸਤੇ। ਤਾਂ ਆਹ ਟਾਈਮ ਦੇ ਵਿੱਚ ਸਾਡੇ ਇੱਥੇ ਬਹੁਤ ਘਟਨਾਵਾਂ ਹੋਈਆਂ, ਬਹੁਤ ਜ਼ਿਆਦਾ ਘਟਨਾਵਾਂ ਹੋਈਆਂ। ਆਹ ਟਾਈਮ ਦੇ ਵਿੱਚ ਭਗਤ ਸਿੰਘ ਹੋਣੀ, ਮਹਾਤਮਾ ਗਾਂਧੀ ਹੋਣੀ ਐਕਟਿਵ ਸੀਗੇ, BR ਅੰਬੇਦਕਰ ਜੀ ਹੋਣੀ ਐਕਟਿਵ ਸੀਗੇ। ਉਹ ਕਿਵੇਂ ਐਕਟਿਵ ਸੀਗੇ, ਉਹਨਾਂ ਨੇ ਕੀ ਕੀਤਾ, ਉਹ ਸਾਰਾ ਕੁਝ ਆਪਾਂ ਨੇ ਇਹਦੇ 'ਚ ਡਿਸਕਸ ਕਰਨਾ ਹੈ। ਓਕੇ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਟੌਪਿਕ ਆ। ਇੰਡੀਆ ਆਫਟਰ ਇੰਡੀਪੈਂਡੈਂਸ, ਹੁਣ ਸਾਨੂੰ ਆਜ਼ਾਦੀ ਮਿਲ ਗਈ ਆ, ਸਾਡੇ ਵੱਡੇ ਚੈਲੰਜ ਕਿਹੜੇ ਨੇ, ਗਰੀਬੀ ਅਸੀਂ ਕਿਵੇਂ ਦੂਰ ਕਰਾਂਗੇ, ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਅਸੀਂ ਰੁਜ਼ਗਾਰ ਕਿਵੇਂ ਪ੍ਰੋਵਾਈਡ ਕਰਾਂਗੇ, ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਉਹ ਕੀ ਹੋਊਗਾ, ਰੁਜ਼ਗਾਰ ਦਾ ਸਿਸਟਮ ਕੀ ਹੋਊਗਾ, ਇਲੈਕਸ਼ਨ ਦਾ ਸਿਸਟਮ ਕੀ ਹੋਊਗਾ, ਲੋਕ ਕਿਵੇਂ ਹੁਣ ਸਰਵਾਈਵ ਕਰਨਗੇ। ਇੰਡੀਆ ਆਫਟਰ ਇੰਡੀਪੈਂਡੈਂਸ, ਆਜ਼ਾਦੀ ਤੋਂ ਬਾਅਦ ਇੰਡੀਆ ਕਿਹੋ ਜਿਹਾ ਹੋਊਗਾ। ਸੋ ਬੱਚੇ, ਇਹ ਸੀਗਾ ਸਾਡਾ ਹਿਸਟਰੀ ਦਾ ਸਾਰਾ ਪੋਰਸ਼ਨ। ਆਹ ਸਾਰੀ ਦੀ ਸਾਰੀ ਹਿਸਟਰੀ ਸਾਨੂੰ ਪੇਪਰ ਦੇ ਵਿੱਚ ਆਉਣੀ ਆ। ਸੋ ਬੀ ਸੀਰੀਅਸ ਹੋ ਜਾਓ। ਸੀਰੀਅਸ ਹੋ ਕੇ ਜਦੋਂ ਕੰਮ ਕਰੋਗੇ ਤਾਂ ਥੋੜਾ ਜਦੋਂ ਆਪਾਂ ਕਰਦੇ ਜਾਵਾਂਗੇ ਤਾਂ ਆਪਣੀ ਬਹੁਤ ਸੋਹਣੀ ਤਿਆਰੀ ਹੋ ਜੂਗੀ। ਓਕੇ, ਤੇ ਮੈਂ ਫਿਰ ਤੋਂ ਇਹੀ ਤੁਹਾਨੂੰ ਗੁਜ਼ਾਰਿਸ਼ ਕਰ ਰਿਹਾ, ਇਹੀ ਤੁਹਾਨੂੰ ਮਤਲਬ ਬੇਨਤੀ ਮੇਰੀ ਪ੍ਰਵਾਨ ਕਰਿਓ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ, ਇਸ ਚੈਨਲ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ। ਪਰ ਨਾਲ ਹੀ ਮੈਂ ਤੁਹਾਨੂੰ ਇਹ ਸੰਕੇਤ ਵੀ ਦੇ ਰਿਹਾ ਜਾਂ ਵਾਰਨ ਵੀ ਕਰ ਰਿਹਾ ਕਿ ਸਿਰਫ ਉਹਨਾਂ ਤੱਕ ਜਿਹੜੇ ਅਸਲ 'ਚ ਲੋੜਵੰਦ ਨੇ, ਜਿਨ੍ਹਾਂ ਨੂੰ ਸੱਚੀ ਜ਼ਰੂਰਤ, ਉਹਨਾਂ ਤੱਕ ਪਹੁੰਚਾਓ, ਕਿਉਂਕਿ ਆਪਾਂ ਨੇ ਭੀੜ ਇਕੱਠੀ ਨਹੀਂ ਕਰਨੀ ਹੈਗੀ। ਓਕੇ, ਤੇ ਅਗਰ ਆਪਾਂ ਗਰੁੱਪ ਦੀ ਗੱਲ ਕਰੀਏ, WhatsApp ਗਰੁੱਪ ਦੀ, ਮੈਂ ਫਿਰ ਤੋਂ ਆਪਣੀ ਖੁਸ਼ੀ ਜ਼ਾਹਿਰ ਕਰ ਰਿਹਾ ਕਿ ਤੁਸੀਂ ਇੱਕ ਬੇਨਤੀ ਦੇ ਉੱਪਰ WhatsApp ਦੇ ਵਿੱਚ ਕਾਫੀ ਕੈਂਡੀਡੇਟ ਇਕੱਠੇ ਕਰਤੇ ਕਿ ਆਪਾਂ ਨੂੰ ਇੱਕ ਹੋਰ ਗਰੁੱਪ ਬਣਾਉਣ ਦੀ ਜ਼ਰੂਰਤ ਪੈ ਗਈ। ਠੀਕ ਹੈ, ਸੋ ਆਪਾਂ ਇੱਕ ਹੋਰ ਗਰੁੱਪ ਕ੍ਰੀਏਟ ਕਰ ਰਹੇ ਹਾਂ, ਪਲੱਸ ਤੁਹਾਡੇ ਲਈ ਟੈਲੀਗ੍ਰਾਮ ਦਾ ਗਰੁੱਪ ਬਣਾ ਰਹੇ ਹਾਂ, ਬਣੇ ਹੋਏ ਆਲਰੇਡੀ, ਤੁਹਾਡੇ ਨਾਲ ਲਿੰਕ ਸਾਂਝਾ ਕਰਨਾ ਹੈ। ਤੁਸੀਂ ਜਿੰਨੇ ਵੀ ਕੈਂਡੀਡੇਟ ਹੋ, ਤੁਸੀਂ ਟੈਲੀਗ੍ਰਾਮ ਨਾਲ ਜ਼ਰੂਰ ਜੁੜੋ, ਕਿਉਂਕਿ ਟੈਲੀਗ੍ਰਾਮ ਦਾ ਬੱਚੇ ਆਪਾਂ ਨੂੰ ਫਾਇਦਾ ਇਹ ਹੋ ਜਾਂਦਾ ਹੈ ਕਿ ਇੱਕ ਤਾਂ ਮੈਕਸਿਮਮ ਜੋ ਆਪਣੀ ਜਨਤਾ ਹੈ ਨਾ, ਉਹ ਟੈਲੀਗ੍ਰਾਮ ਯੂਜ਼ ਨਹੀਂ ਕਰਦੀ ਹੈਗੀ। ਅਦਰਵਾਈਜ਼ WhatsApp ਨਾਲੋਂ ਟੈਲੀਗ੍ਰਾਮ ਦਾ ਜ਼ਿਆਦਾ ਆਪਾਂ ਨੂੰ ਫਾਇਦਾ ਹੈ। ਕਿਵੇਂ? ਟੈਲੀਗ੍ਰਾਮ ਦੇ ਵਿੱਚ ਪਿਛਲਾ ਜਿੰਨਾ ਵੀ ਮਟੀਰੀਅਲ ਆ ਉਹ ਡਿਲੀਟ ਨਹੀਂ ਹੁੰਦਾ ਹੈਗਾ। ਤੁਹਾਨੂੰ ਜਿੰਨਾ ਵੀ ਅਸੀਂ ਮਟੀਰੀਅਲ ਪਾਉਣਾ ਹੈ, ਜਿੰਨੇ ਵੀ ਤੁਹਾਡੇ ਟੈਸਟ ਲੈਣੇ ਨੇ, ਜਿੰਨੇ ਵੀ ਤੁਹਾਡੀਆਂ ਸ਼ੀਟਸ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਜਿੰਨੇ ਵੀ ਪੇਜਸ, ਜਿਵੇਂ ਅੱਜ ਆਪਾਂ ਨੇ ਡਿਸਕਸ ਕੀਤਾ ਹੈ, ਇਹਦਾ ਪੇਜ ਜੋ ਅਸੀਂ ਨੋਟਸ ਟਾਈਪ ਬਣਾਇਆ ਹੈ, ਇਹਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਹੈ। ਅਗਰ ਟੈਲੀਗ੍ਰਾਮ 'ਤੇ ਤੁਸੀਂ 2 ਮਹੀਨੇ ਬਾਅਦ ਜਾ ਕੇ, ਸਾਲ ਬਾਅਦ ਜਾ ਕੇ ਵੀ ਦੇਖੋਗੇ, ਉੱਥੇ ਪਿਆ ਹੋਊਗਾ। WhatsApp 'ਤੇ ਜਿਸ ਦਿਨ ਤੋਂ ਤੁਸੀਂ ਜੁੜਦੇ ਹੋ ਉਸ ਦਿਨ ਤੋਂ ਪਿਆ ਹੁੰਦਾ, ਪੁਰਾਣਾ ਨਹੀਂ ਹੁੰਦਾ। ਸੋ ਕੋਸ਼ਿਸ਼ ਕਰੋ ਉੱਧਰ ਵੀ ਆਓ, ਟੈਲੀਗ੍ਰਾਮ ਜੁਆਇਨ ਕਰੋ। ਠੀਕ ਹੈ, ਮੈਂ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ 'ਚ ਦੇ ਦੇਣਾ, ਪ੍ਰੋਵਾਈਡ ਕਰ ਦੇਣਾ। ਈਵਨ ਕਿ ਆਪਣਾ ਜਿਹੜਾ ਫਸਟ ਕਮੈਂਟ ਆ ਤੁਹਾਨੂੰ ਮੈਂ ਉੱਥੇ ਪਿਨ ਵੀ ਕਰ ਦੇਣਾ, ਤੁਸੀਂ ਉਹ ਦੇਖ ਸਕਦੇ ਹੋ। ਇੱਥੇ ਆਪਾਂ ਫੇਸਬੁੱਕ ਦਾ ਚੈਨਲ ਸ਼ੁਰੂ ਕਰ ਲੈਂਦੇ ਹਾਂ, ਫੇਸਬੁੱਕ ਦੇ ਉੱਪਰ ਵੀ ਤੁਸੀਂ ਆਪਣਾ ਵਿਜ਼ਿਟ ਕਰ ਸਕਦੇ ਹੋ। ਓਕੇ, ਥੈਂਕ ਯੂ।